आओ आपां आरंभ करना करिए जी। फतेह प्रवान करो। वाहिगुरू जी का खालसा वाहिगुरू जी की फतेह। श्री राग महला पहला। मन झूठै तन झूठ है, ਜਿਹਵਾ ਝੂਠੀ ਹੋਏ। ਪਾਤਸ਼ਾਹ ਜੀ ਇਸ ਪਾਵਨ ਪੰਕਤੀ ਦੇ ਅੰਦਰ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਸ੍ਰੀ ਰਾਗ ਦੇ ਅੰਦਰ ਰਹਿਮਤ ਕਰ ਰਹੇ ਹਨ ਕਿ ਮਨ ਝੂਠ ਹੈ, ਤਨ ਝੂਠ ਹੈ। ਜੇ ਜੀਵ ਦਾ ਮਨ ਵਿਕਾਰਾਂ ਦੀ ਛੋਹ ਨਾਲ ਝੂਠਾ ਹੋ ਚੁੱਕਾ ਹੈ ਤਾਂ ਉਸ ਦੇ ਸਰੀਰ ਵਿੱਚ ਵੀ ਝੂਠ ਹੀ ਝੂਠ ਹੈ। ਭਾਵ ਉਹਦੇ ਸਰੀਰ ਵਿੱਚ ਵੀ ਜਿਹੜੀ ਹੈ ਉਹ ਝੂਠ ਉਸੇ ਤਰ੍ਹਾਂ ਫੈਲ ਜਾਂਦੀ ਹੈ ਜਿਹਵਾ ਝੂਠੀ ਹੋਏ। ਅਤੇ ਇਸੇ ਤਰ੍ਹਾਂ ਸਾਰੇ ਗਿਆਨ ਇੰਦਰੀ ਵਿਕਾਰਾਂ ਵੱਲ ਹੀ ਦੌੜਦੇ ਹਨ। ਭਾਵ ਕਿ ਜਦੋਂ ਉਹਦਾ ਮਨ ਹੈ ਜਿਹੜਾ ਉਹ ਵਿਕਾਰਾਂ ਦੇ ਨਾਲ ਝੂਠਾ ਹੋ ਜਾਂਦਾ, ਵਿਕਾਰਾਂ ਦੇ ਵੱਲ ਜੁੜ ਜਾਂਦਾ, ਫਿਰ ਉਹਦੇ ਬਾਕੀ ਗਿਆਨ ਇੰਦਰੀ ਤੇ ਸਰੀਰ ਵੀ ਫਿਰ ਉਹਨਾਂ ਵਿਕਾਰਾਂ ਵੱਲ ਹੀ ਦੌੜਦਾ ਹੈ ਕਿ ਮਨ ਵੀ ਝੂਠਾ ਹੋ ਚੁੱਕਿਆ ਹੈ, ਫਿਰ ਇਹ ਗਿਆਨ ਇੰਦਰੀ ਤੇ ਸਰੀਰ ਵੀ ਝੂਠਾ ਹੋ ਜਾਂਦਾ ਹੈ। ਅਤੇ ਪਾਤਸ਼ਾਹ ਜੀ ਹੋਰ ਆਖਦੇ ਹਨ ਉਸ ਦੀ ਜੀਭ ਖਾਣ ਦੇ ਚਸਕਿਆਂ ਨਾਲ ਫਿਰ ਝੂਠੀ ਹੋਈ ਰਹਿੰਦੀ ਹੈ ਕਿ ਉਹ ਵੀ ਜੀਭ ਵੀ ਜਿਹੜੀ ਹੈ ਉਹ ਵਿਅਰਥ ਦੇ ਚਸਕੇ ਫਿਰ ਭਾਲਦੀ ਹੈ ਕਿ ਜਿਨ੍ਹਾਂ ਦੇ ਨਾਲ ਸਰੀਰ ਨੂੰ ਤੇ ਮਨ ਨੂੰ ਲਾਭ ਨਹੀਂ ਹੁੰਦਾ ਸਗੋਂ ਨੁਕਸਾਨ ਹੀ ਹੁੰਦਾ ਹੈ। ਉਹ ਜੀਭ ਵੀ ਫਿਰ ਅਜਿਹੇ ਚਸਕਿਆਂ ਦੇ ਵਿੱਚ ਫਸ ਜਾਂਦੀ ਹੈ। ਮੁਖ ਝੂਠੇ ਝੂਠ ਬੋਲਣਾ, ਕਿਉਂ ਕਰ ਸੁਚਾ ਹੋਏ। ਪਾਤਸ਼ਾਹ ਜੀ ਆਖਣ ਲੱਗੇ ਝੂਠੇ ਮੂੰਹ ਨਾਲ ਝੂਠ ਬੋਲਣ ਦਾ ਹੀ ਫਿਰ ਸੁਭਾਅ ਬਣ ਜਾਂਦਾ ਹੈ ਕਿ ਮਨੁੱਖ ਦੇ ਅੰਦਰ ਜਿਹੋ ਜਿਹੀ ਭਾਵਨਾ ਹੁੰਦੀ ਫਿਰ ਉਹ ਉਸੇ ਤਰੀਕੇ ਦੇ ਨਾਲ ਹੀ ਬੋਲਦਾ ਹੈ। ਉਹ ਜੇ ਝੂਠਾ ਮਨੁੱਖ ਹੈ ਤੇ ਉਹਦੀ ਆਦਤ ਝੂਠ ਵਾਲੀ ਬਣ ਜਾਂਦੀ, ਫਿਰ ਉਹ ਹਮੇਸ਼ਾ ਝੂਠ ਦਾ ਹੀ ਸਹਾਰਾ ਲੈਂਦਾ ਹੈ, ਹਰ ਥਾਂ ਦੇ ਉੱਤੇ ਝੂਠ ਹੀ ਬੋਲਦਾ ਹੈ। ਕਿਉਂ ਕਰ ਸੁੱਚਾ ਹੋਏ। ਪਾਤਸ਼ਾਹ ਜੀ ਆਖਣ ਲੱਗੇ ਅਜਿਹੇ ਜੀਵ ਕਿਸੇ ਬਾਹਰਲੇ ਸੋਚ ਆਦਿ ਕਰਮ ਨਾਲ ਅੰਦਰੋਂ ਸੁੱਚਾ ਫਿਰ ਕਦੇ ਵੀ ਨਹੀਂ ਹੋ ਸਕਦਾ। ਇਸ ਤਰੀਕੇ ਦੇ ਨਾਲ ਕਿ ਜੇ ਕੋਈ ਬਾਹਰੀ ਕਰਮ ਕਰੇ, ਬਾਹਰੋਂ ਆਪਣੇ ਆਪ ਨੂੰ ਸੁੱਚਾ ਕਰਨ ਦਾ ਯਤਨ ਕਰੇ ਤੇ ਉਹ ਅੰਦਰੋਂ ਫਿਰ ਸੁੱਚਾ ਨਹੀਂ ਹੋ ਸਕਦਾ। ਕਿ ਤਨ ਦੇ ਉੱਤੇ ਲੱਗੀ ਮੈਲ ਤਾਂ ਪਾਣੀ ਦੇ ਨਾਲ ਲਾਈ ਜਾ ਸਕਦੀ ਹੈ, ਹੁਣ ਅੰਦਰ ਲੱਗੀ ਮੈਲ ਥੋੜਾ ਪਾਣੀ ਦੇ ਨਾਲ ਲਾਏਗੀ ਕਿ ਬਾਹਰੋਂ ਨਹਾ ਲਿਆ ਤੇ ਅੰਦਰੋਂ ਥੋੜਾ ਗੰਦ ਨਿਕਲ ਜਾਏਗਾ। ਉਹਦੇ ਲਈ ਅਧਿਆਤਮ ਕਰਮ ਹੈ। ਭਾਵ ਕਿ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਸ਼ਬਦ ਨੇ, ਪਾਵਨ ਬਾਣੀ ਹੈ ਅੰਦਰੋਂ। ਜਿਵੇਂ ਆਪਾਂ ਜਪਜੀ ਸਾਹਿਬ ਪਾਵਨ ਬਾਣੀ ਦੇ ਅੰਦਰ 20ਵੀਂ ਪੌੜੀ ਹੈ ਜਿਹੜੀ ਉਹ ਆਪਾਂ ਪੜ੍ਹਦੇ ਹਾਂ ਕਿ ਭਰੀਏ ਹੱਥ ਪੈਰ ਤਨ ਦੇ, ਪਾਣੀ ਧੋਤੈ ਉਤਰਸ ਖੇ। ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਨ ਲਈਐ ਉਹ ਧੋਏ। ਕਿ ਜੇ ਹੱਥ ਪੈਰ ਤਨ ਇਹ ਸਰੀਰ ਦੇ ਲਿਬੜ ਜਾਏ ਤੇ ਪਾਣੀ ਦੇ ਨਾਲ ਧੋਤੀ ਜਾ ਸਕਦੀ ਹੈ। ਤੇ ਜੇ ਮੂਤ ਪਲੀਤੀ ਕੱਪੜ ਹੋਏ, ਜੇ ਗੰਦਗੀ ਨਾਲ ਕੱਪੜੇ ਲਿਬੜ ਜਾਣ ਤੇ ਉਹਨੂੰ ਸਾਬਣ ਨਾਲ ਸਾਫ਼ ਕੀਤਾ ਜਾਂਦਾ। ਫਿਰ ਇਸੇ ਤਰ੍ਹਾਂ ਪਾਤਸ਼ਾਹ ਜੀ ਆਖਦੇ ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੇਂ ਕਹਿੰਦੇ। ਕਿ ਜੇ ਸਾਡੀ ਮਤ ਪਾਪ ਭਾਵ ਮਾੜੇ ਕਰਮ ਮੰਦੇ ਕਰਮਾਂ ਦੇ ਨਾਲ ਭਰ ਜਾਏ, ਸਾਡਾ ਮਨ ਵਿਕਾਰੀ ਹੋਇਆ ਹੋਵੇ, ਮਾੜੇ ਕਰਮਾਂ ਦੇ ਵਿੱਚ ਅਸੀਂ ਜਿਉਂਦੇ ਹੋਈਏ, ਤਾਂ ਫਿਰ ਉਹ ਮਤ ਉਹ ਮਨ ਹੈ ਜਿਹੜਾ ਉਹ ਗੁਰੂ ਦੇ ਸ਼ਬਦ ਮਾਲਕ ਦੇ ਨਾਮ ਦੇ ਨਾਲ ਉਹਨੂੰ ਧੋਤਾ ਜਾ ਸਕਦਾ ਹੈ। ਉਹਦੇ ਲਈ ਬਾਹਰੀ ਪਾਣੀ ਨਹੀਂ ਕੋਈ ਕੰਮ ਆਉਣਾ, ਭਾਵੇਂ ਕੋਈ ਜਿਤਨਾ ਜਿਹੋ ਜਿਹਾ ਮਰਜ਼ੀ ਨੁਸਖਾ ਦੱਸ ਦੇ,
कि आखदे कि फलाने डॉक्टर को जाके दवाई लाए अंदरों मैल निकल जाएगी, निकल सकती है? कदे भी नहीं। ओदा डॉक्टर इको ही है, सर्व रोग का औखद नाम, नाम ही है। उस मालिक की सिੱਖਿਆ ਦੇ ਨਾਲ गुरु के शब्द राही ही ये सारा कुछ है जिहड़ा वो निकलता है। पातशाह जी जपजी साहब पावन बाणी की आरंभता ही इत्थों करते हैं, सोचै सोच न होवै जे सोची लख वार। आखण लगे बाहरी पवित्रता रखण दे नाल कदे मन पवित्र नहीं हो सकता। अजिही पवित्रता भावें बाहरी पवित्रता एक नहीं लखां वार भी लख लईए। बड़ा सौखा समझाया पातशाह जी कि बाहरों करन दे नाल कदे कुछ नहीं हुंदा, उहदे लई अंदर धारण करना पैंदा है। बिन अब शब्द न मांजिए साचे ते सच होए। ऐड़ा पब्बा अब, इहदा अर्थ है पानी। अब शब्द भाव शब्द रूप पानी, कि गुरु का शब्द ही जिहड़ा है वो पानी। सतगुरु जी आखण लगे कि गुरु दे शब्द जल तो बिना मन मांजिया नहीं जा सकता। हुण कईयां दे, क्योंकि आप तो सारे लगभग ऐसे कि भांडे मांजने जां देगां मांजनियां ऐसा शब्द, पर कईयां कोले शब्द पता नहीं हुंदा कि मांजना की हुंदा है। क्योंकि मांजन दे भी कई अर्थ है कि कई बारी किसी मनुख दे लई कि उन्हें भी गलत काम कीता ते उन्हें बड़ा मांजिया, उहदा मतलब ये नहीं कि उहदी सफाई की, उहदा मतलब कि उन्होंने उस चीज़ की सज़ा दी कि उन्हें गलत काम किया, उन्होंने मांजिया। ये है मांजण की गल, साफ करन दी। जिवें आपां बर्तनां नूं मांजदे हां, कि पुराने समय दे विच इह शब्द आम वरतिया जांदा सी, जां तां रेता हुंदी सी जां सुआह हुंदी सी, ਉਹਦੇ ਨਾਲ ਬਰਤਨਾਂ ਨੂੰ ਮਾਂਜਿਆ ਜਾਂਦਾ ਸੀ ਚੰਗੀ ਤਰ੍ਹਾਂ, ਉਹਨਾਂ ਦੇ ਨਾਲ ਉਹਨੂੰ ਜਿਹੜਾ ਹੈ ਸਾਫ਼ ਕੀਤਾ ਜਾਂਦਾ ਸੀ। ਇਹ ਉਹੀ ਉਸੇ ਤਰ੍ਹਾਂ ਪਾਤਸ਼ਾਹ ਜੀ ਆਖਣ ਲੱਗੇ ਕਿ ਇਸ ਮਨ ਨੂੰ ਗੁਰੂ ਦੇ ਸ਼ਬਦ ਰੂਪ ਜਲ ਨਾਲ, ਪਾਣੀ ਨਾਲ ਜਿਹੜਾ ਹੈ ਉਹ ਮਾਂਜਿਆ ਜਾ ਸਕਦਾ ਹੈ। ਗੁਰੂ ਦੇ ਸ਼ਬਦ ਤੋਂ ਬਿਨਾਂ ਨਹੀਂ ਮਾਂਜਿਆ ਜਾਣਾ, ਗੁਰੂ ਦੇ ਸ਼ਬਦ ਨਾਲ ਹੀ ਇਹਦੀ ਸਫਾਈ ਹੋਣੀ ਹੈ, इन्हें निर्मल होना, इन्हें पवित्र होना। तो ये सच सिमरन सदा फिर प्रभु तो ही मिलता है। साचे ते सच होए, सच्चे कोलों ही ये जिहड़ा है सच प्राप्त होता है। मुंधे गुणहीनी सुख के मुंदे हे भोली जीव इस्त्री के तू भाव कादे विच कि हे भोली जीव इस्त्रीए गुणहीनी, गुणा तो हीनी, भाव जिहदे कोल गुण नहीं, जो अपने अंदर आत्मक सुख देने वाले गुणा तो सखनी है। पातशाह जी आखण लगे सुख के उस नूं बाहरों किसी होर तरीके नाल आत्मक सुख नहीं मिल सकता। कि किसी नूं शरीरक रोग लगा होवे ते ਉਹ दवाई दे नाल ठीक हो सकता है, वो डॉक्टर कोलों दवाई उस रोग का इलाज है। पर जे किसी के अंदर गंदगी भरी होए, विकार भरे होण, माड़े कर्मां दे विच फसिया होए, विकारां दे विच फसिया होए, कि वो डॉक्टर की दवाई नाल ठीक हो सकता है? कि भाई इनू लालच बहुत करता है ते बुरे कर्म भी बड़े करता है, इनू दवाई दिओ ते ठीक हो जाए, माड़े कर्म छड्ड दे। की छड्ड देगा? पातशाह जी आखण लगे किसी बाहरी तरीके दे नाल अंदर दा आनंद नहीं प्राप्त किया जा सकता। माया है जिहड़ी, इहदे नाल बाहरी सुख आराम तां प्राप्त किया जा सकता है। कि माया दे नाल भावें बैड सोने का भी लवा लो, महल भावें जिहड़ा है वो हीरियां दे नाल जड़िया होए, पर नींद तां उहदे उसते आउण दे लई अंदर दा आनंद चाहीदा ना। नींद तां आउणी है जे अंदर टिकिया होया, जुड़िया होया, समय सिर है
कि हाँ कि बड़ा बेप्रवाह मालक दा है, मालक दे भाणे विच है, ते आराम नाल सौवेगा, आराम नाल उठेगा। पर जे अंदर बहुत ज़्यादा जिहड़ी टेंशनां भरियां होईयां ने, फिर भावें जिथे मर्जी पई जाए, उत्थे भी नींद नहीं आउणी। फिर वो जे सौ भी जाएगा तां भी दिमाग उत्थे तुरिया फिरेगा, उधर ही भटकदा रहेगा। इहो ही पातशाह जी इत्थे समझाउण दा यतन कर रहे हन, गुणहीणी सुख के, कि मालक दे गुणां तो बिना है जिहड़ा उस आत्मक आनंद प्राप्त नहीं किया जा सकता। सुख गुणहीणी शब्द है, इनू हीनी नहीं पढ़ांगे। जे नन्ना हुंदा ते फिर आपां हीनी पढ़ना सी, पर गुणहीणी, गुणा तो हीनी बिना। पिर रलिया रस मानसी, साच शब्द सुख ने रहाओ। पातशाह जी आखन लगे, आत्मक सुख जिहड़ा है उस नूं है जो सदा कायम रहन वाले प्रभु विच लीन रहिंदी है। भाव अंदरों सुखी ओही मनुख है, ओही जीव इस्त्री है, साच शब्द सुख ने, जो उहदे विच लीन है, जो गुरु दे शब्द विच जुड़ी हुई है। शब्द सुख ने अते जो प्रभु दे प्यार विच मस्त है। पिर रलियां रस मानसी, कि उहदे रस विच मस्त है। प्रभु दे पति प्रभु दे मिलाप दे सुख ओही जीव इस्त्री आनंद माणदी है, जिहड़ी गुरु दे शब्द विच प्रेम प्रगट करदी है। गुरु मालक दे नाल जिहड़ा है वो प्रेम करदी है अते उहदे विच लीन रहिंदी है, ओही ये आनंद सुख माणदी है। पिर परदेसी जे थिए, धन वांढी चूरे, पातशाह जी समझाउण लगे कि वांढी तो भाव परदेसन, विछड़ी हुई। परदेसी शब्द वरतिया है, वांढी इहदा शब्द जिहड़ा है वो परदेसन है। पातशाह जी आखन लगे कि वांढी झूरे, कि जदों जे प्रभु पति जीव इस्त्री दे हिरदे देश विच प्रगट नहीं, जे वो परदेसी है, वो किते होर वसदा है, वो जीव इस्त्री जां जीव दे हिरदे विच नहीं वसदा, उस दे हिरदे नूं छड्ड के होर होर हिरदे देश दा निवासी है, तां पति तो वछड़ी हुई, वो विछड़ी हुई जीव इस्त्री झूरदी रहिंदी है। भाव अंदरे अंदर चिंता नाल जिहड़ी है वो खाधी जांदी है। सही है कि जिथे प्रभु पति नहीं है, जिस हिरदे दे अंदर उहदी सिक्ख्या दा पालन नहीं, उहदी रजा दा पालन नहीं है, उत्थे गड़बड़ रहनी है, उत्थे टेंशनां, उत्थे विकार ने जिहड़े वो हमेशा ही तंग करदे रहिंदे ने। वो फिर जिवें पातशाह जी आपां सोहिला साहिब दे अंदर शब्द पढ़ते हैं ना, ज्यों ज्यों चलै चुभै दुख पावै, जमकाल सहै सिर डंडा है। फिर जिवें जिवें जीव इस्त्री पति परमेश्वर तो बिना उहदे हिरदे दे विच प्रगट होण तो बिना जीवन जिउंदी है, फिर विकार उहनूं थल्लों सूलां तरह चुभदे, वो तंग करदे, टिकण नहीं दिंदे, टिकाऊ नहीं बन दिंदी जीवन दे विच। इसे तरह ही है कि एक है बाहरी सुख जिहड़ा जां बाहरी सुख कह लीए कि बाहरी सुख दे साधन जरूर खरीदे जा सकते हैं, पर अंदर दा सुख पैसे नाल नहीं खरीदिया जा सकता। वो उदों ही आउणा जदों असीं एक सिद्धांत दे उत्ते इकत्तर होए, एक सिद्धांत नूं अपना जीवन समर्पित कीता। इहो ही पातशाह जी समझा रहे हैं। ज्यों जल थोड़े मछली करन पलाव करे, पातशाह जी आखन लगे इवें जीव इस्त्री तड़फदी है। फिर जिवें थोड़े पानी विच मच्छी तड़फदी है, जिवें वो तरले फिर लैंदी रहिंदी है,
फिर पावै सुख पाइयै ਜਾਂ आपे नदर करे। आत्मक सुख फिर उस जीव इस्त्री ਨੂੰ ਪਾਤਸ਼ਾਹ ਜੀ ਆਖਣ ਲੱਗੇ ਉਦੋਂ ਹੀ ਮਿਲਦਾ ਹੈ ਜਦੋਂ ਪ੍ਰਭੂ ਪਤੀ ਨੂੰ ਇਹ ਜੀਵ ਇਸਤਰੀ ਚੰਗੀ ਲੱਗੇ, ਜਦੋਂ ਉਹ ਆਪ ਉਸ ਉੱਤੇ ਮਿਹਰ ਦੀ ਨਜ਼ਰ ਕਰੇ, ਜਦੋਂ ਆਪ ਤਰੁੱਠ ਪਏ। ਹੁਣ ਆਪਾਂ ਸੰਸਾਰੀ ਉਦਾਹਰਣ ਹੀ ਭਾਵੇਂ ਲੈ ਲਈਏ ਕਿ ਜੇਕਰ ਪਰਿਵਾਰ ਦੇ ਅੰਦਰ ਰਹਿੰਦਿਆਂ ਹੋਇਆਂ ਇਸਤਰੀ ਹੈ, ਉਹ ਇਸਤਰੀ ਅਤੇ ਮਰਦ ਦੋਵੇਂ ਪਤੀ ਪਤਨੀ ਇੱਕ ਦੂਜੇ ਦੇ ਕਹਿਣੇ ਵਿੱਚ ਨਹੀਂ ਹਨ, ਤਾਂ ਸਹਿਜ ਹੈ ਕਿ ਦੋਵੇਂ ਖੁਸ਼ ਨਹੀਂ ਹੋਣਗੇ। ਉੱਥੇ ਕਲੇਸ਼ ਬਣਿਆ ਰਹੇਗਾ, ਉੱਥੇ ਹੈ ਜਿਹੜਾ ਹਮੇਸ਼ਾ ਰੌਲਾ ਰੱਪਾ ਬਣਿਆ ਰਹੇਗਾ। ਪਰ ਜੇ ਦੋਵੇਂ ਹੀ ਇੱਕ ਸਿਧਾਂਤ ਤੇ ਲਾਗੂ ਨੇ ਕਿ ਸਾਡੇ ਘਰ ਦੀ ਆਹ ਮਰਿਆਦਾ ਹੈ ਜਾਂ ਗੁਰੂ ਪਾਤਸ਼ਾਹ ਜੀ ਦਾ ਆਹ ਹੁਕਮ ਹੈ, ਤੇ ਸਹਿਜੇ ਉੱਥੇ ਕੋਈ ਦੂਜਾ ਸਵਾਲ ਹੀ ਨਹੀਂ ਹੋਏਗਾ। ਇੱਕੋ ਹੀ ਸਵਾਲ ਹੋਏਗਾ ਕਿ ਮਾਲਕ ਜੀ ਦੀ ਬਾਣੀ ਆਹ ਕਹਿੰਦੀ ਹੈ ਜਾਂ ਘਰ ਦੀ ਮਰਿਆਦਾ ਹੈ, ਦੂਜਾ ਸਵਾਲ ਹੀ ਨਹੀਂ ਉੱਠੇਗਾ। ਉੱਥੇ ਆਪਣੇ ਆਪ ਹੀ ਉਸੇ ਨੂੰ ਹਰ ਕੋਈ ਫੋਲੋ ਕਰੇਗਾ। ਇਸੇ ਤਰੀਕੇ ਨਾਲ ਪਾਤਸ਼ਾਹ ਜੀ ਆਖਦੇ ਨੇ ਕਿ ਜਿਹੜੀ ਜੀਵ ਇਸਤਰੀ ਫਿਰ ਮਾਲਕ ਦੇ ਹੁਕਮ ਵਿੱਚ ਹੋ ਜਾਂਦੀ ਹੈ, ਫਿਰ ਉਹਨੂੰ ਚੰਗੀ ਲੱਗਦੀ ਹੈ, ਫਿਰ ਉਹ ਮਿਹਰ ਦੀ ਨਜ਼ਰ ਹੈ ਜਿਹੜੀ ਉਹ ਕਰਦਾ ਹੈ। ਪਾਤਸ਼ਾਹ ਜੀ ਨੇ ਇੱਕ ਸ਼ਬਦ ਵਰਤਿਆ ਹੈ, ਕਰਨ ਪਲਾਵ ਕਰੇ। ਭਾਵ ਉਹ ਕੀਰਨੇ ਜੋ ਸੁਣਨ ਵਾਲੇ ਦੇ ਮਨ ਵਿੱਚ ਤਰਸ ਪੈਦਾ ਕਰਦੇ। ਕਰਨ ਪਲਾਵ ਭਾਵ ਕੀਰਨੇ ਪਾਉਣੇ ਬਹੁਤ ਜ਼ਿਆਦਾ ਹੈ, ਜਿਹੜਾ ਉਹ ਆਪਣਾ ਦਰਦ ਪ੍ਰਗਟ ਕਰਨਾ, ਤਰਲੇ ਹਾੜੇ ਹੈ ਜਿਹੜੇ ਇਸ ਨੂੰ ਆਖਿਆ ਜਾਂਦਾ ਹੈ। ਫਿਰ ਸਲਾਹੀ ਆਪਣਾ ਸਖੀ ਸਹੇਲੀ ਨਾਲ, हे जीव इस्त्री तू सखियां सहेलियां नाल मिल के भाव साध संगत विच बैठ के, ये कला शब्द इस्त्रियां लई नहीं है, ਇਹਦਾ ਭਾਵ ਹੈ ਸਖੀਆਂ ਸਹੇਲੀਆਂ ਤੋਂ ਭਾਵ ਜਿਹੜੇ ਸਤ ਸੰਗੀ ਨੇ, ਜਿਹੜੇ ਗੁਰੂ ਦੇ ਸ਼ਬਦ ਅਨੁਸਾਰ ਆਪਣਾ ਜੀਵਨ ਜਿਉਂਦੇ ਨੇ, ਉਹਨਾਂ ਸਾਰਿਆਂ ਦੀ ਗੱਲ ਹੋ ਰਹੀ ਹੈ ਕਿ ਸਾਧ ਸੰਗਤ ਵਿੱਚ ਬੈਠ ਕੇ ਆਪਣੇ ਪਤੀ ਪ੍ਰਭੂ ਦੀ ਸਿਫਤ ਸਲਾਹ ਕਰ, ਆਪਣੇ ਮਾਲਕ ਦੀ ਵਡਿਆਈ ਦੇ ਵਿੱਚ ਹੈ ਜਿਹੜਾ ਉਹ ਜੁੜਨਾ ਕਰ। ਫਿਰ ਸਲਾਹੀ, ਫਿਰ ਨੂੰ ਸਲਾਹਣਾ ਕਰ। ਤਨ ਸੋ ਹੈ ਮਨ ਮੋਹਿਆ ਰਤੀ ਰੰਗ ਨਿਹਾਲ, ਜਿਹੜੀ ਜੀਵ ਇਸਤਰੀ ਫਿਰ ਉਸ ਮਾਲਕ ਦੀ ਸਿਫਤ ਸਲਾਹ ਕਰਦੀ ਹੈ, ਉਸ ਦੇ ਹਿਰਦੇ ਵਿੱਚ ਮਾਲਕ ਪ੍ਰਗਟ ਹੋ ਜਾਂਦਾ ਹੈ। ਤਨ ਸੋ ਹੈ ਅਤੇ ਉਸ ਦਾ ਮਨ ਪ੍ਰਭੂ ਦੇ ਪ੍ਰੇਮ ਵਿੱਚ ਮੋਹਿਆ ਜਾਂਦਾ ਹੈ, ਅਤੇ ਰਤੀ ਰੰਗ ਨਿਹਾਲ ਉਹ ਮਾਲਕ ਦੇ ਪ੍ਰੇਮ ਰੰਗ ਵਿੱਚ ਰੰਗੀ ਹੋਈ ਉਸ ਦਾ ਦਰਸ਼ਨ ਫਿਰ ਕਰਦੀ ਹੈ। ਭਾਵ ਕਿ ਉਹਦੇ ਨਾਲ ਉਹ ਜੁੜ ਜਾਂਦੀ ਹੈ, ਮਿਲ ਜਾਂਦੀ ਹੈ। ਸ਼ਬਦ ਸਵਾਰੀ ਸੋਹਣੀ ਪਿਰ ਰਾਵੈ ਗੁਣ ਨਾਲ, ਸ਼ਬਦ ਸਵਾਰੀ ਕਿ ਸ਼ਬਦ ਗੁਰੂ ਦੇ ਸ਼ਬਦ ਦੀ ਬਰਕਤ ਨਾਲ ਉਸ ਦਾ ਜੀਵਨ ਜਿਹੜਾ ਫਿਰ ਸਵਾਰੀ ਤੋਂ ਭਾਵ ਸਮਰ ਜਾਂਦਾ ਹੈ, ਸੋਹਣਾ ਹੋ ਜਾਂਦਾ ਹੈ। ਅਤੇ ਸੋਹਣੀ ਪਿਰ ਰਾਵੈ ਗੁਣ ਨਾਲ, ਗੁਣਾਂ ਨਾਲ ਉਹ ਸੋਹਣੀ ਬਣ ਜਾਂਦੀ ਹੈ, ਤੇ ਮਾਲਕ ਪ੍ਰਭੂ ਪਤੀ ਉਸ ਨੂੰ ਫਿਰ ਜਿਹੜਾ ਹੈ ਪਿਆਰ ਕਰਦਾ ਹੈ, ਪ੍ਰੇਮ ਕਰਦਾ ਹੈ। ਭਾਵ ਕਿ ਉਸ ਦੇ ਹਿਰਦੇ ਦੇ ਵਿੱਚ ਪੂਰਨ ਤੌਰ ਤੇ ਫਿਰ ਉਹ ਪ੍ਰਗਟ ਹੋ ਜਾਂਦਾ ਹੈ। ਕਾਮਣ ਕਾਮ ਨ ਆਵਈ ਖੋਟੀ ਅਵਗਣਿਆਰ, ਪਾਤਸ਼ਾਹ ਜੀ ਨੇ ਇੱਥੇ ਸ਼ਬਦ ਕਾਮਣ ਵਰਤਿਆ ਹੈ। ਕਾਕੇ ਨੂੰ ਕੰਨਾ ਮੰਮਾ ਨਾਣੀ ਨੂੰ ਸਿਆਰੀ, ਇਹਦਾ ਅਰਥ ਹੈ ਇਸਤਰੀ। ਪਰ ਜੇ ਕੱਕੇ ਨੂੰ ਕੰਨਾ ਮੰਮਾ ਨਾਣੀ ਨੂੰ ਔਂਕੜ ਆ ਜਾਏ, ਉਹਦਾ ਅਰਥ ਹੋਏਗਾ ਟੂਣਾ। ਟੂਣਾ ਆਦਿ ਜੋ ਹੁੰਦਾ ਹੈ ਉਹਦਾ ਅਰਥ ਇਹ ਹੋਏਗਾ
कि कितने अर्थ जिहड़े वो बदल जाते हैं। पातशाह जी पावन बाणी के अंदर ये इकट्ठा ही शब्द वरतणगे आने वाले समय के अंदर। कामण कामण करे तो प्यारे को पावे, कि पातशाह जी ने ये शब्द है जिहड़ा वो वरतना कीता है। कामण काम न आवे खोटी अवगणियार, सतगुरु जी आखण लगे गुण तो सखणी होण करके खोटी अवगणियार तो भाव अवगणियारी है जिहड़ी कोले गुण नहीं हन, गुणा तो सखणी है। जिहड़ी जीव अस्त्री अंदरों खोटी है ते औगणा नाल भरी है, औगणियार है, गुण कोई नहीं है पर औगणा नाल भरी हुई है, उसका जीवन फिर व्यर्थ ही चला जाता है। कामण काम न आवे, उहदा जीवन है जिहड़ा किसे काम नहीं आउंदा, व्यर्थ ही चला जाता है। ना सुख पेईऐ साहुरै झूठ जली वेकार, जिवें संसारी इस्त्री दे पेईए तो भाव पेका कर, साहुरे तो भाव सौरा कर, कि फिर जिहड़ी उस मालक दे नाल जुड़दी नहीं है, पातशाह जी आखण लगे ना ते उस नूं इस सुख विच इस लोक विच सुख मिलदा है, भाव पेका कर, अते जिथे उन्हें आउण वाला समा, भाव एक वो समा जिथे वो रह रही है वो पेका कर है, अते जिथे उन्हें जाना है वो किहड़ा है सौरा कर। पातशाह जी आखण लगे लोक ते परलोक, भाव ये समा अते जो आउण वाला समा है, फिर ना सुख पाई पेईए साहुरै झूठ, इथे विश्राम साहुरै ते है, साहुरै कि ना सुख पेईए साहुरै झूठ जली बेकार, कि फिर ना इस लोक विच ना परलोक विच किते भी उसनूं आत्मक सुख नहीं मिलदा। झूठ जली बेकार, झूठ विच विकार विच वो फिर सड़ जाती है, उसका आत्मक जीवन है जिहड़ा वो खत्म हो जाता है, सड़ जाता है। आवण वंजन डाखड़ो छोटी कंत विसार, आवण वंजन भाव जन्म मरण दा गेड़, आउणा ते वंजना। ये शब्द पुराने समय विच आम वरतिया जांदा सी, पर अज बहुते ने जिहड़े ओ गंगा ते नंझा ये दोवें बोलणे नहीं आउंदे। बहुते कर पंजाबी होण भावें जिन्हां दी मां बोली है पंजाबी, उन्हां नूं ये शब्द जिहड़े पूर्ण तौर ते बोलणे नहीं आउंदे। ओ गंगे नूं ही बहुती वार नंझा ही दसदे आ, गंगा आउंदा ही नहीं, ना ये नंझा शब्द है। जिवें कि जंज शब्द वरतिया जाता हुंदा सी, अज झज्जे ने जगह लै ली। जंज अव्वल तां बोलदे नहीं, जे बोलदे ते झज्जे ना बोलदे, भाव ये शब्द जिहड़े विसार दिते हैं। आवण वंजन भाव जिहड़े वंज गए चले गए, जिहड़े कि आउण तो भाव आउणा, वंजना तो भाव जाना, कि आउण जाण दा जिहड़ा है डाखड़ो तो भाव औखा दुखदाई, डाखड़ो छोटी कंत विसार, कंत तो भाव कंत ने, विसार तो भाव विसार भुला दिती, छोटी छड़ दिती, भुला दिती। सतगुरु जी आखण लगे कि फिर उस वास्ते जन्म मरण दा औखा गेड़ फिर बनिया रहिंदा है, जिहड़ी उस मालक दे नाम नाल जुड़दी नहीं है, ना पेके ना सहुरे, फिर ओनू किते भी आनंद नहीं मिलता। ओदा जन्म मरण दा गेड़ फिर ये औखा जा गेड़ जिहड़ा बनिया रहिंदा है, क्योंकि कंत प्रभु ने उसनू भुला दिता हुंदा है। सही ही है कि फिर जदों मालक ने भुला दिता है, उदों साडे वास्ते फिर हर पासे दुख ही दुख ने। पिरकी नार सुहावणी मुती सो कित साध, पिरकी नार सुहावनी। सतगुरु जी आखन लगे पर ओ प्रभु पति दी सोहनी नार सी, कि सुहागण सी, जुड़ी हुई सी, सोहनी सी, बड़ा प्रेम सी मालक दे नाल, पर मुती
कित सो कित साध, मुक्ति तो भाव छड्डी गई, छड्ड दित्ती गई, छुट्टड़ कीती गई, भाव जिन्हों विसार दिता गया। आखन लगे ओ सो कित साध, साध तो भाव स्वाद, कि ओ किस स्वाद विच फसन करके छुट्टड़ हो गई। ये पातशाह जी ने इत्थे सवाल नाल कीता है कि किहड़ा ऐसा स्वाद सी, किहड़ा ऐसा उहदे कोल विकार आया कि जिहदे करके वो मालक तो दूर हो गई। सही कि संसार दे विच भी ऐसा ही हुंदा है कि कोई ते कारण हुंदा है ना, जदों घरां दे विच है जिहड़ी ओ अनबन दे करके है जिहड़ा ओ पति पत्नी नूं वखरा होना पै जांदा है। भावें कि पंजाब दे विच तां जां इंडिया दे विच है थोड़ा जिहा इस चीज़ दा जिहड़ा प्रभाव घट है, पर जे असीं पश्चिम दे मुल्क वेखीए ते उत्थे ते बहुत घरां दी ऐसी कहानी, छोटी जी गल दे उत्तों चलो जी ठीक है जी तूं अपने घर मैं अपने घर, लो जी पढ़िया ते कोई ते कारण होएगा ना। यही पातशाह जी ने आख्या है कि छुट्टड़ हो जाना, मालक नूं भुला दिता, इहदा की कारण है, स्वाद किहड़ा स्वाद सी, किहड़ा विचार आया जिहदे करके इस नूं छुट्टड़ होना पै गया। पिर कै काम न आवई, बोले फादिल बाद, फादिल तो भाव फजूल, फजूल बोल, बात तो भाव व्यर्थ। सतगुरु जी आखन लगे कि ओ क्यों व्यर्थ फजूल फिर बोल बोलदी है, जो प्रभु पति नाल मिलाप वास्ते काम नहीं दे सकता। कि ऐसे बोल बोलने, ऐसे कर्म करने ਜਿਹੜੇ मालक नूं चंगे नहीं लगते, ਉਹ ਕੰਮ ਕਰਨ ਦੇ ਨਾਲ ਤੇ ਫਿਰ ਮਾਲਕ ਫਿਰ ਰੁੱਸੇਗਾ ਹੀ ਨਾ, ਦੂਰ ਹੋਏਗਾ ਹੀ ਹੋਏਗਾ, ਵਿੱਥ ਵਧੇਗੀ ਵਧੇਗੀ। ਭਾਵੇਂ ਕੋਈ ਵੀ ਸੰਸਾਰੀ ਹੋਏ, ਭਾਵੇਂ ਦੋ ਮਿੱਤਰ ਹੋਣ, ਦੋ ਸਹੇਲੀਆਂ ਹੋਣ ਜਾਂ ਪਰਿਵਾਰ ਹੋਏ, ਸਹਿਜੇ ਹੈ ਕਿ ਜਦੋਂ ਉੱਥੇ ਵਿਅਰਥ ਦੀ ਬੋਲ ਬਾਣੀ ਹੁੰਦੀ ਜਿਹਦਾ ਕੋਈ ਕਿਸੇ ਕੰਮ ਨਾਲ ਲੈਣਾ ਦੇਣਾ ਨਹੀਂ ਹੁੰਦਾ, ਉਹ ਸਹਿਜੇ ਹੈ ਕਿ ਫਿਰ ਜੁੜੇ ਹੋਏ ਹਿਰਦੇ ਦੇ ਉੱਤੇ ਵੀ ਉਹ ਕਟਾਕਸ਼ ਕਰਦੇ ਆ, ਉਹ ਆਪਣਾ ਪ੍ਰਭਾਵ ਪਾਉਂਦੇ। ਇਸੇ ਕਰਕੇ ਫਿਰ ਇਹ ਬੋਲ ਨੇ ਜਿਹੜੇ ਵਿਅਰਥ ਦੇ ਬੋਲ ਹੁੰਦੇ, ਜਿਨ੍ਹਾਂ ਦਾ ਸੰਬੰਧ ਕੋਈ ਨਹੀਂ ਹੁੰਦਾ ਜੀਵਨ ਦੇ ਨਾਲ, ਉਹ ਬੋਲ ਬੋਲਣੇ, ਜਾਂ ਐਸੀ ਕੋਈ ਗੱਲ ਜਿਹਦਾ ਜਿਹੜਾ ਕੰਮ ਹੋ ਰਿਹਾ ਉਹਦੇ ਨਾਲ ਸੰਬੰਧ ਹੀ ਨਾ ਹੋਵੇ, ਹੋਰ ਕਿਤੋਂ ਦੀਆਂ ਗੱਲਾਂ ਬੋਲਣੀਆਂ, ਤੇ ਕੀ ਹੁੰਦਾ ਹੈ ਉਹਦੇ ਨਾਲ ਦੂਰੀ ਫਿਰ ਵੱਧਦੀ ਹੈ, ਘਟਦੀ ਨਹੀਂ। ਨਫ਼ਰਤ ਦੀ ਭਾਵਨਾ ਹੈ ਜਿਹੜੀ ਉਹ ਪੈਦਾ ਹੋ ਜਾਂਦੀ। ਇਸੇ ਤਰ੍ਹਾਂ ਕਹਿਣ ਤੋਂ ਭਾਵ ਹੈ ਕਿ ਕਿਸੇ ਦੇ ਵਿੱਚ ਜਦੋਂ ਕੋਈ ਵੀ ਫਾਲਤੂ ਗੱਲ ਕੀਤੀ ਜਾਂਦੀ ਹੈ, ਦੋਵਾਂ ਦੇ ਵਿੱਚ ਭਾਵੇਂ ਪਤੀ ਪਤਨੀ ਹੋਏ, ਭਾਵੇਂ ਦੋ ਮਿੱਤਰ ਹੋਣ, ਦੋ ਸਹੇਲੀਆਂ ਹੋਣ, ਕੋਈ ਵੀ ਦੋ ਜਣੇ ਹੋਣ, ਜਦੋਂ ਫਾਲਤੂ ਦੀ ਗੱਲ ਕੋਈ ਕੀਤੀ ਜਾਏ ਤੇ ਉਦੋਂ ਕੀ ਹੁੰਦਾ ਹੈ, ਦੂਰੀ ਫਿਰ ਵਧਣੀ ਸ਼ੁਰੂ ਹੋ ਜਾਂਦੀ। ਇਹੀ ਗੱਲ ਪਾਤਸ਼ਾਹ ਜੀ ਆਖ ਰਹੇ ਨੇ ਕਿ ਹੇ ਜੀਵ ਇਸਤਰੀ, ਤੂੰ ਵਿਅਰਥ ਦੇ ਫਜ਼ੂਲ ਜੇ ਬੋਲ ਕਿਉਂ ਬੋਲਦੀ, ਕਿਹੜੀ ਗੱਲੋਂ ਬੋਲਦੀ ਹੈ, ਜੋ ਮਾਲਕ ਦੇ ਨਾਲ ਮਿਲਾਪ ਦੇ ਵਾਸਤੇ ਜਿਹੜੇ ਕੰਮ ਹੀ ਨਹੀਂ ਆਉਣੀ, ਉਹ ਕੰਮ ਕਾਹਦੇ ਵਾਸਤੇ ਕਰਨਾ ਜਿਹੜਾ ਮਾਲਕ ਦੇ ਨਾਲ ਮਿਲਾਪ ਹੀ ਜਿਹੜਾ ਨਹੀਂ ਕਰਵਾ ਸਕਦਾ ਹੈ। ਦਰ ਘਰ ਢੋਈ ਨਾਲ ਹੈ, ਛੁੱਟੀ ਦੂਜੈ ਸਾਧ, ਪਾਤਸ਼ਾਹ ਜੀ ਆਖਣ ਲੱਗੇ ਦਰ ਦਰ ਤੇ ਘਰ ਘਰ ਵਿੱਚ, ਛੁੱਟੀ ਤੋਂ ਭਾਵ ਛੁੱਟੜ ਹੋ ਗਈ। ਸਤਿਗੁਰੂ ਜੀ ਆਖ ਰਹੇ ਨੇ ਕਿ ਉਹ ਜੀਵ ਇਸਤਰੀ ਹੈ ਫਿਰ ਜਿਹੜੀ ਪ੍ਰਭੂ ਨੂੰ ਭੁਲਾ ਕੇ ਮਾਇਆ ਦੇ ਸਵਾਦ ਵਿੱਚ ਫਸਣ ਕਰਕੇ ਛੁੱਟੜ ਹੋਈ ਹੈ, ਭਾਵ ਮਾਲਕ ਤੋਂ ਦੂਰ ਹੋ ਗਈ ਹੈ, ਉਹਦਾ ਜਿਹੜਾ ਵਿਛੋੜਾ ਪੈ ਗਿਆ ਹੈ ਉਸ ਮਾਲਕ ਦੇ ਨਾਲੋਂ, ਤਾਂਹੀਏ ਉਸ ਨੂੰ ਪ੍ਰਭੂ ਦੇ ਦਰ ਤੇ ਪ੍ਰਭੂ ਦੇ ਮਹਿਲ ਵਿੱਚ ਟਿਕਣ ਲਈ ਆਸਰਾ ਨਹੀਂ ਮਿਲਦਾ। ਮਾਇਆ ਦਾ ਮੋਹ ਉਸ ਨੂੰ ਭਟਕਣਾ ਵਿੱਚ ਫਿਰ ਪਾਈ ਰੱਖਦਾ ਹੈ। ਸਹਿਜੇ ਹੈ ਕਿ ਭਾਵੇਂ ਸੰਸਾਰੀ ਪਰਿਵਾਰ ਹੋਏ, ਜਦੋਂ ਕੋਈ ਐਸਾ ਕਾਰਜ ਹੋ ਜਾਏ ਕਿ ਜਿਹੜਾ ਦੋਵਾਂ ਵਾਸਤੇ ਸਹਾਰਨਾ ਔਖਾ ਹੋ ਜਾਏ, ਉੱਥੇ ਫਿਰ ਵਿੱਥ ਪੈਣੀ ਹੈ ਜਿਹੜੀ ਉਹ ਲਾਜ਼ਮੀ ਹੋ ਜਾਂਦੀ ਹੈ।
ऐसा कोई काम पति करे जिहड़ा पत्नी नूं चंगा ना लगे, फिर सहजे है कि उत्थे वो आखदे कि मैं नहीं रह सकदी। ते जे पत्नी कोई अजिहा काम करे जिहड़ा पति आखे कि मैनूं ठीक नहीं लगदा, ये ना अपने वास्ते ना परिवार वास्ते ना बच्चों वास्ते ठीक है, उत्थे भी फिर की हुंदा है कि तू फिर अपने घर ही चली जा, मैं नहीं कट सकदा, हुंदा है ना ऐसा। यही गल पातशाह जी इत्थे आख रहे ने कि माया बनाई तो उस मालक दी है, पर फिर जदों जीव माया दे विच फस जांदा है ते फिर वो मालक दे भाणे विच नहीं रहिंदा। फिर मालक नूं चंगा किवें लगेगा जे मालक दी गल ही कोई नहीं मनदा। ते फिर सहजे है कि वो फिर विथ है जिहड़ी जादी पै जांदी। इसे करके गुरु नानक साहब पातशाह जी जपजी साहब दे शुरू दे विच ही आखदे ने ना, किव सचियारा होईਐ किव कूड़ा टुटै पाल। किवें साडे अंदरों ये विथ है जिहड़ी कंध है झूठ दी माया दी, ये टुटे खत्म होए। इक्को गल ही आखदे, हुक्म रजाई चलना नानक लिखिया नाल, कि रजा दे विच कि हुक्म दे विच रजा दे विच चलन करके खत्म हो सकता है। ते रजा ही है उहदी मालक दा, इक्को ही तरीका है, इक्को ही ढंग है, इक्को ही इलाज है कि जीव उहदी रजा विच चले ते ओदियां सभे इच्छावां भी पूरीआं होणगीआं ते ओह आत्मक आनंद ते बाहरी आनंद सब कुछ जिहड़ा है वह प्राप्त करेगा। पंडित वाचै पोथियां ना बूझै विचार, पंडित शब्द पंडित गुरबाणी दे विच आपां पहिलां भी विचार कीती कि पंडित शब्द गुरबाणी विच नहीं आउंदा, हमेशा पंडित ही आएगा, डड्डे नूं सिहारी दे नाल ही आएगा, इहदा उच्चारण पंडित ही होएगा, पंडित नहीं होएगा। जे पंडित पढ़ांगे तो विचाले डड्डे वाली सिहारी है जिहड़ी उहदी आवाज़ खत्म हो जाएगी। ये पातशाह जी आखण लगे पंडित वाचै पोथियां, कि पंडित लोग धार्मिक पुस्तकां पढ़ते हैं ना बूझै विचार, पर अंदरों गुणहीन होण करके उन्हां पुस्तकां दी विचार नहीं समझते कि उहदे अनुसारी ना ते आप हो सकते ने, ना ही किसी नूं उस बारे जिहड़ा है सोझी जिहड़ी है कहण दा यतन ते बड़ा करदे ने, पर उहदे नाल असर है जिहड़ा कोई नहीं हुंदा। अनको मती दे चलहे माया का व्यापार, पातशाह जी आखण लगे अनको, अनको भाव होरना नूं, अनको कि अपने तो बिना होरना दे लई, कि होरना नूं ही मत्तां दे के जगत तो चले जाते हैं। अनको मती दे चले कि चले जाते हैं, माया का व्यापार, उन्हां दा ये सारा उद्यम माया कमाण लई व्यापार ही बनिया रह जाता है। क्योंकि ऐसा भी संसार विच हो रहा है ना, इत्थे हुण ये ना समझ लेना कि कल्ले पंडितां नूं आख्या है, इत्थे सारे वो शामिल ने, भावें वो ग्रंथी होण, भावें वो धर्म दे डेरेदार होण, भावें वो कोई भी होवे, किसी भी खेतर दे विच धर्म दे नाल संबंधित होए, पर जेकर इकल्ला उहदा मकसद इस पुस्तक नूं वाच के पैसा ही कमाउणा, इकल्ला ही, इस धर्म दे नाल संबंध ही कोई नहीं है कि बाणा जरूर मेरे तरह पहने हैं, पर संबंध नहीं है इहदे नाल, सतगुरु जी आखण लगे फिर ये व्यापार ही है। क्योंकि ये व्यापार सब तो चंगा सौखा ते वड्डा है, कुछ नहीं लगता, कमाई बहुत होंदी है। आ देखते हैं ना आपां लड़ियां लगियां हुई कि फलाने थां दे उत्ते एडी लड़ी चल रही है, उत्थे फलाने थां ते आ है, उत्थे आ सेवा होनी है, ये की है? ये सारा व्यापार है। सिक्ख्या मिलती कदे लड़ी दे विचों जाके, जां उत्थे की पाठ चल रहा है जां उहदी व्याख्या हो रही है, किते सिक्ख्या मिलती वेखी है? बस यही है कि आओ बुक कराओ ते जाओ, आरंभता ते आ जाओ, मादी अरदास करांगे उदों पहुंच जाओ ते समाप्ति ते, बस यही है। कहण तो भाव है कि यह व्यापार का साधन बनाया होया। एक होर गल है,
ਬਹੁਤੇ ਕਰਕੇ ਸਾਡੇ ਧਾਰਮਿਕ ਸਥਾਨ ਨੇ ਜਿਹੜੇ ਉਹ ਜਿਹੜੇ ਪੁਰਾਤਨ ਸਨ ਉਹਨਾਂ ਨੂੰ ਖਤਮ ਕਰਕੇ ਉਹਨਾਂ ਨੂੰ ਨਵੀਂ ਦਿੱਖ ਦੇਣ ਦਾ ਇੱਕ ਬੜਾ ਵੱਡਾ ਕਾਰਜ ਕੀਤਾ ਗਿਆ ਆਪਣੇ ਵੱਲੋਂ, ਪਰ ਉਹ ਸਾਡੇ ਲਈ ਬੜਾ ਨੁਕਸਾਨਦੇਹ ਸਿੱਧ ਹੋਇਆ। ਕੀ ਹੋਇਆ ਕਿ ਮੇਰੇ ਵਰਗਿਆਂ ਨੇ ਬੜਿਆਂ ਨੇ ਜਿਹੜਾ ਹੈ ਇਹੋ ਜਿਹੇ ਕਾਰਜ ਸ਼ੁਰੂ ਕਰ ਲਏ ਤੇ ਭੋਲੀ ਭਾਲੀ ਸੰਗਤ ਉਹਨਾਂ ਨੂੰ ਕਿਹਾ ਕਿ ਇੱਥੇ ਕਾਰਜ ਕਰਨਾ ਤੇ ਮਾਇਆ ਭੇਜੋ। ਹੁਣ ਜੇ ਕਰੋੜ ਰੁਪਇਆ ਖਰਚਾ ਆਉਣਾ ਹੈ ਤੇ 10 ਜਣਾਂ ਨੂੰ ਆਖਿਆ ਕਿ ਭਾਈ ਤੁਸੀਂ 10-10 ਲੱਖ ਦਿਓ, ਤੇ ਹੁਣ ਇਕੱਲੇ ਇੱਕੋ 10 ਨੂੰ ਥੋੜਾ ਆਖਿਆ ਹੋਏਗਾ ਕਿ ਬਸ ਜੀ 10 ਜਣੇ ਪੂਰੇ ਹੋ ਗਏ ਬਾਕੀ ਜਣੇ ਰਹਿਣ ਦਿਓ। ਇਹ ਤਾਂ ਨਹੀਂ ਕਦੇ ਹੁੰਦਾ, ਪੱਕਾ ਹੀ ਟੋਕਰਾ ਲਾਇਆ ਹੁੰਦਾ ਕਿ ਆ ਜਾਓ, ਬਸ ਨਾ ਕੰਮ ਬੰਦ ਕਰਨਾ ਤੇ ਨਾ ਉਹ ਟੋਕਰਾ ਚੁੱਕਣਾ, ਆਖੀ ਜਾਣਾ ਕਿ ਆਉਣ ਦਿਓ ਸੇਵਾ ਚੱਲ ਰਹੀ। ਬਸ ਕਿੰਨਾ ਕੁ ਆਈ ਜਾ ਰਿਹਾ ਕੋਈ ਹਿਸਾਬ ਕਿਤਾਬ ਨਹੀਂ, ਕਿੱਥੇ ਲੱਗਦਾ ਜਾ ਰਿਹਾ ਇਹਦਾ ਵੀ ਕੋਈ ਹਿਸਾਬ ਕਿਤਾਬ ਨਹੀਂ, ਕਿਉਂਕਿ ਪੁੱਛਣ ਵਾਲਾ ਕੋਈ ਨਹੀਂ ਨਾ। ਭਾਵੇਂ ਕਿ ਚੰਗੀ ਗੱਲ ਹੈ ਜਿਹੜਾ ਉਹ ਇਮਾਰਤਾਂ ਦੀ ਗੁਰੂ ਘਰਾਂ ਦਾ ਨਿਰਮਾਣ ਕਰਨਾ, ਪਰ ਐਸਾ ਵੀ ਨਹੀਂ ਕਰਨਾ ਕਿ ਸਾਰਾ ਕੁਝ ਇਮਾਰਤਾਂ ਤੇ ਲਾ ਦੇਣਾ ਹੈ, ਹੋਰ ਕੁਝ ਕਰਨਾ ਹੀ ਨਹੀਂ, ਐਸਾ ਵੀ ਨਹੀਂ। ਕਹਿਣ ਤੋਂ ਭਾਵ ਹੈ ਕਿ ਜੇਕਰ ਮੈਂ ਇੱਥੇ ਬੈਠਾ ਆਖਾਂ ਕਿ ਭਾਈ ਫਲਾਣਾ ਕੰਮ ਗੁਰਦੁਆਰਾ ਸਾਹਿਬ ਹੋਣ ਵਾਲਾ ਹੈ ਤੇ ਤੁਸੀਂ ਸੇਵਾ ਭੇਜੋ, ਤੇ ਹੁਣ ਕਿਸੇ ਇੱਕ ਨੇ ਸੇਵਾ ਭੇਜਤੀ, ਬਾਅਦ ਚ ਦੋਵਾਂ ਨੇ ਹੋਰ ਪੁੱਛ ਲਿਆ ਕਿ ਸਾਡੀ ਵੀ ਸ਼ਰਧਾ ਹੈ, ਹਾਂ ਹਾਂਜੀ ਠੀਕ ਹੈ ਭੇਜ ਦਿਓ। ਭੇਜਣ ਵਾਲੇ 10 ਹੋ ਜਾਣ ਤੇ ਕੰਮ ਇੱਕ ਜਣੇ ਦੀ ਸੇਵਾ ਨਾਲ ਹੋਏ ਤੇ ਮੈਨੂੰ ਕਿੰਨਿਆਂ ਦਾ ਫਾਇਦਾ ਹੋ ਗਿਆ? 9 ਦਾ ਫਾਇਦਾ ਹੋ ਗਿਆ ਨਾ। ਤੇ ਭਾਵਨਾ 9 ਦੀ ਪੂਰੀ ਹੋ ਗਈ ਕਿ ਅਸੀਂ ਲਵਾਇਆ, ਤੇ ਉਹ ਤਾਂ ਮੈਨੂੰ ਪਤਾ ਹੈ ਨਾ ਮੈਂ ਕਿੰਨੇ ਦਾ ਲਵਾਇਆ, ਇੱਥੇ ਕੰਮ ਕੀਤਾ ਹੈ। ਕਹਿਣ ਤੋਂ ਭਾਵ ਹੈ ਕਿ ਧਰਮ ਦੇ ਨਾਂ ਤੇ ਧਰਮ ਦੀ ਚਾਦਰ ਦੇ ਓਲੇ ਬਹੁਤ ਸਾਰਾ ਵੱਡਾ ਵਪਾਰ ਵੀ ਹੋ ਰਿਹਾ ਹੈ। ਇਸੇ ਨੂੰ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਆਖ ਰਹੇ ਇੱਥੇ, ਕਹਿੰਦੇ ਇਹਦਾ ਧਰਮ ਦੇ ਨਾਲ ਕੋਈ ਸੰਬੰਧ ਨਹੀਂ ਹੈ। ਦੇਖ ਲਿਓ ਤੁਸੀਂ ਤਾਂ ਆਪ ਸਭ ਸਮਝਦਾਰ ਸਿਆਣੇ ਹੋ ਕਿ ਜਿੱਥੋਂ ਕੁਝ ਮਿਲਣਾ ਨਹੀਂ ਜ਼ਿੰਦਗੀ ਦੇ ਵਾਸਤੇ, ਬਹੁਤਿਆਂ ਥਾਵਾਂ ਤੇ ਤਾਂ ਪੁੱਤਰਾਂ ਦੀਆਂ ਦਾਤਾਂ ਦਿੱਤੀਆਂ ਜਾ ਰਹੀਆਂ ਨੇ, ਪਰ ਕੀ ਮਾਲਕ ਐਸਾ ਹੈ ਕਿ ਜਿਹਨੇ ਇਹ ਜੀਵ ਬਣਾਇਆ ਹੈ ਉਹਨੂੰ ਕਿਸੇ ਕੋਈ ਦਾਤ ਨਹੀਂ ਬਖਸ਼ੇਗਾ? ਸਭ ਨੂੰ ਦਾਤਾਂ ਬਖਸ਼ਦਾ ਹੈ। ਕਿਸੇ ਨੂੰ ਬਹੁਤੇ ਸਾਰੇ ਨੇ ਜਿਹੜੇ ਉਹ ਵੀਜ਼ਿਆਂ ਦੀ ਦਾਤ ਲੈਣ ਜਾ ਰਹੇ ਨੇ। ਬੜਾ ਵੱਡਾ ਪਖੰਡ ਜਿਹਾ ਚੱਲਿਆ ਸੀ ਪਿਛਲੇ ਦਿਨਾਂ ਦੇ ਅੰਦਰ ਜਹਾਜ਼ ਚੜਾਉਣ ਦਾ, ਕਿ ਗੁਰੂ ਘਰ ਜਹਾਜ਼ ਚੜਾਵਾਂਗੇ ਤੇ ਉਹ ਜਹਾਜ਼ ਬਾਹਰ ਬਣ ਜਾਏਗਾ, ਭਾਵੇਂ ਕਿ ਹੁਣ ਬੰਦ ਕਰ ਦਿੱਤਾ ਗਿਆ। ਕਿ ਕਹਿਣ ਤੋਂ ਭਾਵ ਹੈ ਕਿ ਸਾਡੀ ਸੋਚ ਹੀ ਇੱਥੇ ਟਿੱਕੀ ਕਿ ਆ ਬਸ ਬਾਹਰਲੀਆਂ ਜੋ ਚੀਜ਼ਾਂ ਚਾਹੀਦੀਆਂ ਬਸ ਇਹ ਮਿਲ ਜਾਣ। ਤੇ ਬਹੁਤ ਸਾਰੇ ਮੇਰੇ ਵਰਗੇ ਫਿਰ ਇਸ ਚੀਜ਼ ਨੂੰ ਹੈ ਜਿਹੜਾ ਉਹ ਬਿਜ਼ਨਸ ਵਪਾਰ ਬਣਾ ਲੈਂਦੇ। ਕੋਈ ਗੱਲ ਨਹੀਂ, ਆਉਣ ਦਿਓ, 10 ਜਣੇ ਜਹਾਜ਼ ਲੈ ਕੇ ਆਉਣਗੇ, 4 ਤੇ ਚੜ੍ਹ ਹੀ ਜਾਣਗੇ, 4 ਫਿਰ 40 ਹੋਰ ਲੈ ਕੇ ਆਉਣਗੇ। ਇਹ ਤਰੀਕਾ ਹੈ। ਪ੍ਰਚਾਰ ਕੌਣ ਕਰਦਾ? ਅਸੀਂ ਕਰਦੇ। ਜਿਹੜੇ ਰੱਬ ਨੂੰ ਨਹੀਂ ਮੰਨਦੇ, ਜਿਹੜੇ ਡੇਰਿਆਂ ਦੇ ਵਿੱਚ ਨਹੀਂ ਜਾਂਦੇ, ਕੀ ਉਹ ਬਾਹਰ ਨਹੀਂ ਜਾਂਦੇ? ਕੀ ਉਹਨਾਂ ਦੇ ਕੋਲ ਬੱਚੇ ਨਹੀਂ ਹੁੰਦੇ? ਕੀ ਉਹ ਰੋਟੀ ਨਹੀਂ ਖਾਂਦੇ? ਕੀ ਉਹ ਕੰਮ ਨਹੀਂ ਕਰਦੇ? ਗੱਲ ਹੈ ਅੰਦਰ ਦੇ ਟਿਕਾ ਦੀ, ਪਰ ਅਸੀਂ ਬਾਹਰਲਾ ਟਿਕਾ ਪਾਲਦੇ ਫਿਰਦੇ। ਐਸਾ ਨਹੀਂ ਹੈ। ਇਸੇ ਕਰਕੇ ਪਾਤਸ਼ਾਹ ਜੀ ਆਖ ਰਹੇ ਨੇ ਕਿ ਐਸੇ ਲੋਕਾਂ ਤੋਂ ਵੀ ਸਾਵਧਾਨ ਹੋਣ ਦੀ ਜ਼ਰੂਰਤ ਹੈ ਕਿ ਜਿਨ੍ਹਾਂ ਦਾ ਸੰਬੰਧ ਕੋਈ ਨਹੀਂ ਹੈ, ਬਸ ਉਹ ਧਰਮੀ ਨਹੀਂ, ਬਾਹਰੋਂ ਚੋਲਾ ਪਾਇਆ ਹੋਇਆ ਪਰ ਅੰਦਰੋਂ ਕਾਲਖ ਭਰੀ ਹੋਈ। ਖੈਰ ਪਾਤਸ਼ਾਹ ਜੀ ਰਹਿਮਤ ਕਰਨ। ਕਥਨੀ ਝੂਠੀ ਜਗ ਭਵੈ, ਰਹਿਣੀ ਸ਼ਬਦ ਸੋ ਸਾਰ। ਸਤਿਗੁਰੂ ਜੀ ਆਖਣਗੇ ਕਥਨੀ ਝੂਠੀ, ਭਾਵ ਸਾਰਾ ਜਗਤ ਝੂਠੀ ਕਥਨੀ ਵਿੱਚ ਹੀ ਭਟਕਦਾ ਰਹਿੰਦਾ ਹੈ, ਝੂਠ ਦੇ ਤਰੀਕੇ ਦੇ ਨਾਲ ਹੀ ਤੁਰਿਆ ਫਿਰਦਾ ਰਹਿੰਦਾ ਹੈ। ਭਾਵ ਆਮ ਤੌਰ ਤੇ ਜੀਵਾਂ ਦੇ ਅੰਦਰ ਝੂਠ ਤੇ ਫਰੇਬ ਹੀ ਜਿਹੜਾ ਹੈ ਉਹ ਬਣਿਆ ਹੋਇਆ ਹੈ, ਤੇ ਬਾਹਰ ਗਿਆਨ ਦੀਆਂ ਗੱਲਾਂ ਨੇ ਕਿ ਬਾਹਰੋਂ ਆਪਣੇ ਆਪ ਨੂੰ ਕੁਝ ਹੋਰ ਵਿਖਾਉਣ ਦਾ ਯਤਨ ਕਰ ਰਿਹਾ ਹੈ, ਪਰ ਅੰਦਰ ਕੁਝ ਹੋਰ ਹੈ। ਪ੍ਰਭੂ ਦੀ ਸਿਫਤ ਸਲਾਹ ਦਾ ਸ਼ਬਦ ਹਿਰਦੇ ਵਿੱਚ ਟਿਕਾਈ ਰੱਖਣਾ ਹੀ ਸ੍ਰੇਸ਼ਟ ਰਹਿਣੀ ਹੈ, ਸਭ ਤੋਂ ਚੰਗੀ ਜਿਹੜੀ ਹੈ ਉਹ ਰਹਿਣੀ ਹੈ। ਕੀਤੇ ਪੰਡਿਤ ਜੋਤ ਕੀ, ਬੇਦਾਂ ਕਰਹਿ ਵਿਚਾਰ। ਅਨੇਕਾਂ ਹੀ ਪੰਡਿਤ ਜੋਤਸ਼ੀ ਆਦਿਕ ਵੇਦਾਂ ਦੇ ਮੰਤਰਾਂ ਨੂੰ ਵਿਚਾਰਦੇ ਹਨ,
पर आपो विच मतभेद होण कारण चर्चा करते हैं ते विद्वता के कारण वाह वाह अखवाउंदे ने। कहण तो भाव है पातशाह जी हुण आख रहे ने कि जिहड़े पंडित जोतकी भाव जिहड़े भी विचारवान ने कि जिहड़े सिर्फ बारी बारी विद्वता चक्की फिरदे आ, भावें कोई भी होवे, कल्ले पंडितां दी गल नहीं इत्थे कि पंडितां ते गल छड्ड के पंडित दा नाम लिखिआ ते कल्ला पंडित। पंडित भाव ਉਹ ਜਿਹੜਾ ਧਰਮ ਦਾ ਗਿਆਨ ਰੱਖਦਾ ਹੈ, ਧਰਮ ਦੇ ਨਾਲ ਮੋਢੀ ਤੌਰ ਤੇ ਜੁੜਿਆ ਹੈ, ਉਹਨੂੰ ਆਖਿਆ ਜਾਂਦਾ ਹੈ, ਕਿਉਂਕਿ ਉਸੇ ਕਰਕੇ ਸ਼ਬਦ ਹੈ। ਇਹ ਸ਼ਬਦ ਉਹਨਾਂ ਹੀ ਵਿਦਵਾਨਾਂ ਵਾਸਤੇ ਹੈ ਜਿਹੜੇ ਸਿੱਖੀ ਦੇ ਨਾਲ ਵੀ ਜੁੜੇ ਨੇ, ਉਹਨਾਂ ਵਾਸਤੇ ਵੀ ਹੈ ਜਿਹੜੇ ਈਸਾਈ ਨਾਲ ਵੀ ਜੁੜੇ ਹੋਏ ਨੇ, ਉਹਨਾਂ ਵਾਸਤੇ ਜਿਹੜੇ ਇਸਲਾਮ ਨਾਲ ਜੁੜੇ ਹੋਏ ਨੇ। ਉਹਨਾਂ ਨੂੰ ਪਾਤਸ਼ਾਹ ਜੀ ਆਖ ਰਹੇ ਹਨ ਕਿ ਵਿਚਾਰ ਕਰਦੇ ਨੇ ਵੱਖਰੇ ਵੱਖਰੇ ਤਰੀਕੇ ਦੇ ਨਾਲ, ਆਪਣੀ ਆਪਣੀ ਵਿਦਵਤਾ ਨਾਲ। ਵਾਦ ਵਿਰੋਧ ਸਲਾਹਣੇ ਵਾਦੇ ਆਵਣ ਜਾਣ, आखन लगे वाद विरोध सलाहने। वाद भाव की झगड़े विच विरोध विच, सलाहने की आपस विच मतभेद पैदा हो जाते हैं। कोई कहता कि फलाने शब्द का आ अर्थ है, फलानी गल इत्थे सतगुरु जी ने इस तरह की, इहदा आ नहीं आ अर्थ बनना है। इस तरह ही कि सारे आपस में ये विचार चर्चा करते रहते हैं, पर आपस में मतभेद पैदा होए रहते हैं कि असल गल की है उहदी नहीं समझ रखते। अते विद्वता दे कारण सलाहने वाधे आवन जान ते वाह वाह अखवाउंदे रहिंदे हन, पर निरे इस मतभेद विच रह के उन्हां दा जन्म मरण बनिया रहिंदा है। भाव इसे दे विच टिके रहिंदे है। फलाना कहंदा कि मैं सियाणा मैं ठीक है, फलाना कहंदा कि मैं ठीक है, ये इंज नहीं बाणी इंज आखदी है, इंज नहीं इतिहास ये कहंदा है, इंज नहीं ये कहंदा है। इसे दे विच मतभेद, क्योंकि अब पिछले दिनों दे विच मतभेद कारण ही है ना कितना वड्डा है जिहड़ा USA दे विच ते आस्ट्रेलिया दे विच है जिहड़े वो सानू घटनावां वेखण नूं मिलियां ने। जलूस इन्हां दे नाल किहदा निकलदा, साडा ही निकलदा है। विरोध करन वाले भी पग्गां वाले ते बाकी प्रचार दूजे पासों प्रचार, दोवें पासे है ते पग्गां वाले ने ना, है तो दोवें पासे सिख ने, दोवें धन गुरु ग्रंथ साहब नूं पढ़न वाले ने, विचारन वाले ने, पर फिर भी मतभेद होने कारण है जिहड़ा वो इस विरोध दे विच ते उन्हां दे अंदर की बनिया रहिंदा है कि डावाडोल स्थिति है जिहड़ी वो बनी रहिंदी है। बिन गुर कर्म न छुटसी कह सुन आख वखाण, पातशाह जी आखन लगे कोई भी मनुख निरा चंगा वख्यान करके जां चंगा वख्यान सुन के, कि दोवें तरीकों के नाल कि भावें कोई जिन्ना मर्जी चंगा व्याख्याकार होए जां कोई जिन्नी चंगी मर्जी व्याख्या सुन लवे, पर उहदे नाल सिर्फ सुनन दे नाल आत्मक आनंद नहीं प्राप्त होना कि सिर्फ सुन लिया ते आत्मक आनंद प्राप्त जिहड़ा है वो नहीं हो सकता, अते जन्म मरण दे गेड़ विचों खलासी नहीं कर सकता कि ना तां इकल्ला सुनाउण वाला ते ना ही कल्ला सुनन वाला। पातशाह जी आखन लगे बिन गुर कर्म न छुटसी कह सुन आख वखाण, हौमै हंकार छड्ड के गुरु दी शरण पैण दी लोड़ है। गुरु दी बख्शिश तो बिना माया दे मोह तो खलासी नहीं हुंदी, छुट नहीं सकता। गुर कर्म तो भाव बख्शिश रहमत, कि गुरु दी बख्शिश तो बिना नहीं छुट सकता। भावें कोई सारा गुरु ग्रंथ साहब कंठ कर ले, सारे गुरु ग्रंथ साहब दी विचार उन्होंने पता होए कि कित्थे की लिखिया कित्थे की लिखिया, पर जे जीवन विच नहीं है तो फिर अजे वो डोलदा ही है बार बार। सब गुणवंती आखिए मैं गुण नाही कोए, पातशाह जी आखन लगे जिहड़ियां जीव इस्त्रियां प्रभु पति नूं प्यारियां लगदियां हन, ओही सारियां गुणां वालियां आखियां जांदियां ने। भाव
ਜਿਹੜੀਆਂ ਉਹਦੇ ਜਿਹੜੇ ਜੀਵ ਉਹਦੇ ਭਾਣੇ ਵਿੱਚ ਨੇ ਉਹੀ ਗੁਣਾਂ ਵਾਲੇ ਆਖੇ ਜਾਂਦੇ ਆ। ਅਤੇ ਮੈਂ ਗੁਣ ਨਾਹੀਂ ਕੋਏ, ਪਰ ਮੇਰੇ ਅੰਦਰ ਕੋਈ ਐਸਾ ਗੁਣ ਨਹੀਂ ਜਿਸ ਦੀ ਬਰਕਤ ਨਾਲ ਪਾਤਸ਼ਾਹ ਜੀ ਆਖਣ ਲੱਗੇ ਮੈਂ ਮਾਲਕ ਪ੍ਰਭੂ ਨੂੰ ਜਿਹੜਾ ਹੈ ਹਿਰਦੇ ਵਿੱਚ ਵਸਾ ਸਕਾਂ। ਹਰ ਵਰ ਨਾਰ ਸੁਹਾਵਣੀ, ਮੈਂ ਪਾਵੈ ਪ੍ਰਭ ਸੋਏ। ਵਰ ਦਾ ਭਾਵ ਖਸਮ, ਪਤੀ ਪ੍ਰਭੂ। ਹਰ ਵਾਰ ਨਾਰ ਸੁਹਾਵਨੀ, ਕਿ ਜੇ ਉਹ ਹਰੀ ਪਤੀ ਖਸਮ ਪ੍ਰਭੂ ਮੈਨੂੰ ਪਿਆਰਾ ਲੱਗਣ ਲੱਗ ਪਏ, ਨਾਰ ਸੁਹਾਵਣੀ, ਤਾਂ ਮੈਂ ਭਾਵੈ ਪ੍ਰਭ ਸੋਏ, ਤਾਂ ਮੈਂ ਵੀ ਉਸ ਦੀ ਸੋਹਣੀ ਨਾਰ ਬਣ ਜਾਵਾਂ, ਭਾਵ ਮੈਂ ਉਹਨੂੰ ਚੰਗੀ ਲੱਗਣ ਲੱਗ ਪਾਵਾਂ। ਨਾਨਕ ਸ਼ਬਦ ਮਿਲਾਵੜਾ, ਨਾ ਵੇਛੋੜਾ ਹੋਏ। ਕਿ ਹੇ ਨਾਨਕ, ਗੁਰੂ ਦੇ ਸ਼ਬਦ ਵਿੱਚ ਜੁੜ ਕੇ ਜਿਸ ਨੇ ਪ੍ਰਭੂ ਚਰਨਾਂ ਨਾਲ ਸੋਹਣਾ ਮਿਲਾਪ ਹਾਸਲ ਕਰ ਲਿਆ ਹੈ, ਉਸ ਦਾ ਉਸ ਤੋਂ ਫਿਰ ਵਿਛੋੜਾ ਨਹੀਂ ਹੁੰਦਾ। ਇਹੀ ਸਾਡੀ ਜੀਵਨ ਦੀ ਅਟੱਲ ਸਚਾਈ ਹੈ ਕਿ ਜਿਹੜਾ ਗੁਰੂ ਦੇ ਸ਼ਬਦ ਵਿੱਚ ਟਿਕ ਜਾਂਦਾ ਹੈ ਨਾ, ਗੁਰੂ ਦੇ ਸ਼ਬਦ ਨੂੰ ਨਾ ਤੇ ਇਕੱਲਾ ਮੂੰਹ ਤੋਂ ਬੋਲਦਾ ਹੀ ਹੈ, ਨਾ ਹੀ ਇਕੱਲਾ ਸੁਣਦਾ ਹੈ, ਉਸ ਨੂੰ ਆਪਣੇ ਜੀਵਨ ਵਿੱਚ ਵਸਾ ਲੈਂਦਾ ਹੈ। ਉਹ ਹੈ ਫਿਰ ਅਸਲ ਦੇ ਵਿੱਚ ਉਹਦਾ ਜੋੜ ਉਹਦੇ ਨਾਲ ਬਣਦਾ ਹੈ, ਉਹ ਇੱਕ ਮਿਕ ਹੁੰਦਾ ਹੈ, ਫਿਰ ਉਹਦਾ ਕਦੇ ਵੀ ਵਿਛੋੜਾ ਨਹੀਂ ਹੁੰਦਾ। ਸਤਿਗੁਰੂ ਜੀ ਰਹਿਮਤ ਕਰਨ। ਫਤਿਹ ਪ੍ਰਵਾਨ ਗੁਰੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ